ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਅੱਜ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਦਾ ਮੂਲ ਪਾਠ ਅਤੇ ਸਰਲ ਵਿਆਖਿਆ ਸਾਂਝੀ ਕਰੀਏ ਜੀ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਸੋ ਦਰ ਕੇਹਾ ਸੋ ਕਰ ਕੇਹਾ, ਜਿਤਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵੈ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ। ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ। ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ। ਹੁਕਮ ਨ ਕਰਣਾ ਜਾਈ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ। ਨਾਨਕ ਰਹਿਣ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ 27ਵੀਂ ਪੌੜੀ ਜੋ ਜਪਜੀ ਸਾਹਿਬ ਦਾ ਮੂਲ ਪਾਠ ਅਸੀਂ ਸਾਂਝਾ ਕੀਤਾ ਹੈ, ਇਹ ਵਾਲੀ ਪੌੜੀ ਅਸੀਂ ਸ਼ਾਮ ਦੀ ਨਿਤਨੇਮ ਦੀ ਬਾਣੀ ਰਹਿਰਾਸ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹਾਂ। ਰਹਿਰਾਸ ਦਾ ਸਭ ਤੋਂ ਸ਼ੁਰੂਆਤੀ ਸ਼ਬਦ ਸੋ ਦਰ ਤੇ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਸੋ ਦਰ ਵਾਲੀ, ਇਹ ਦੋਨੇ ਪੌੜੀਆਂ ਤਕਰੀਬਨ ਇੱਕੋ ਜਿਹੀਆਂ ਹਨ। ਬਸ ਇੱਥੇ ਇਬਾਰਤ ਦਾ ਕਿਤੇ ਕਿਤੇ ਥੋੜ੍ਹਾ ਜਿਹਾ ਫਰਕ ਹੈ ਕਿ ਥੋੜ੍ਹੇ ਜਿਹੇ ਫਰਕ ਦੇ ਨਾਲ ਇਹ ਤਕਰੀਬਨ ਦੋਵੇਂ ਇੱਕੋ ਜਿਹੀਆਂ ਪੌੜੀਆਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਤੇ ਰਹਿਰਾਸ ਦੇ ਵਿੱਚ ਵੀ ਅਸੀਂ ਰੋਜ਼ਾਨਾ ਪਾਠ ਕਰਦੇ ਹਾਂ। ਜੇਕਰ ਦੋਨਾਂ ਦੇ ਅਰਥ ਦੇਖੇ ਜਾਣ ਤਾਂ ਅਰਥ ਇੱਕੋ ਹੀ ਹਨ, ਪਰ ਲਿਖਣ ਦੇ ਤਰੀਕੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਆਓ ਹੁਣ ਇਸ ਪੌੜੀ ਦੀ ਸਰਲ ਵਿਆਖਿਆ ਸਾਂਝੀ ਕਰੀਏ ਜੀ। ਸਭ ਤੋਂ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਆਖ ਰਹੇ ਨੇ, ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬੈ ਸਰਬ ਸੰਭਾਲੇ। ਇਸ ਤੋਂ ਪਹਿਲੀਆਂ ਪੌੜੀਆਂ ਦੇ ਵਿੱਚ ਅਸੀਂ ਅਕਾਲ ਪੁਰਖ ਪਰਮਾਤਮਾ ਦੀ ਬੇਅੰਤਤਾ, ਉਹਦੀ ਵਿਸ਼ਾਲਤਾ, ਉਹਦੇ ਵੱਡੇਪਨ ਦਾ ਜ਼ਿਕਰ ਕੀਤਾ ਸੀ ਕਿ ਪਰਮਾਤਮਾ ਕਿਤਨਾ ਵੱਡਾ ਹੈ। ਬੇਅੰਤ ਲੋਕ ਕੋਸ਼ਿਸ਼ਾਂ ਕਰ ਰਹੇ ਹਨ,
ਪਰ ਉਹ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਤੇ ਉਹ ਕਿਹੜੇ-ਕਿਹੜੇ ਲੋਕ ਕਿਹਨਾਂ ਤਰੀਕਿਆਂ ਦੇ ਨਾਲ ਪ੍ਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਜ਼ਿਕਰ ਪਹਿਲੀਆਂ ਪੌੜੀਆਂ ਦੇ ਵਿੱਚ ਆਇਆ ਹੈ। ਤੇ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਦਰਬਾਰ ਨੂੰ ਸਿਰਜਿਆ ਹੈ। ਬੇਸ਼ੱਕ ਜਪਜੀ ਸਾਹਿਬ ਜੀ ਦੀ ਸ਼ੁਰੂਆਤ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਉਸ ਅਕਾਲ ਪੁਰਖ ਦੇ ਨਿਰਾਕਾਰ ਹੋਣ ਦੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਪਰ ਜਦੋਂ ਇੱਕ ਜਗਿਆਸੂ, ਇੱਕ ਭਗਤ ਜਨ ਪਰਮਾਤਮਾ ਦੇ ਪਿਆਰ 'ਚ ਭਿੱਜਿਆ ਹੁੰਦਾ ਹੈ, ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਵੀ ਇੱਕ ਵਿਅਕਤੀ ਹੈ, ਇੱਕ ਉੱਚਾ ਵੱਡਾ ਵਿਸ਼ੇਸ਼ ਵਿਅਕਤੀ ਹੈ, ਕਿਸੇ ਖਾਸ ਥਾਂ ਦੇ ਉੱਤੇ ਬੈਠਾ ਹੋਇਆ ਹੈ ਤੇ ਉਸ ਖਾਸ ਥਾਂ ਤੇ ਦਰਬਾਰ ਲਗਾ ਕੇ ਉਹ ਸਾਰੀ ਦੁਨੀਆ ਦੀ ਪਾਲਣਾ ਕਰ ਰਿਹਾ ਹੈ। ਤੇ ਉਹ ਦਰਬਾਰ ਕਿਹੋ ਜਿਹਾ ਹੋਏਗਾ, ਉਸ ਦਰਬਾਰ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਇਸ ਪੌੜੀ ਦੇ ਵਿੱਚ ਕਰ ਰਹੇ ਨੇ। ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਰੇ ਲੋਕਾਂ ਅਤੇ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ, ਜੋ ਪਰਮਾਤਮਾ ਦੇ ਦਰ ਦੇ ਉੱਤੇ ਪਰਮਾਤਮਾ ਨੂੰ ਯਾਦ ਕਰ ਰਹੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਇੱਕ ਅਸਚਰਜ ਦੇ ਵਿੱਚ, ਕੁਐਸਚਨ ਮਾਰਕ ਦੇ ਵਿੱਚ ਇਸ ਤੁਕ ਨੂੰ ਬੋਲ ਰਹੇ ਨੇ, ਇਸ ਤੁਕ ਨੂੰ ਉਚਾਰ ਰਹੇ ਹਨ। ਸੋ ਦਰ ਕੇਹਾ, ਸੋ ਘਰ ਕੇਹਾ, ਕਾਰ ਵਿਹਾਰ ਨੂੰ ਚਲਾਉਣ ਵਾਲਾ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੇਕਰ ਹੋਵੇ ਤੇ ਕਿਸੇ ਥਾਂ ਤੇ ਬੈਠਾ ਹੋਵੇ, ਤਾਂ ਉਹ ਥਾਂ, ਉਹ ਘਰ, ਉਹ ਕਿਹੋ ਜਿਹਾ ਹੋਏਗਾ, ਉਸ ਘਰ ਦਾ ਦਰਵਾਜ਼ਾ ਕਿਤਨਾ ਵੱਡਾ, ਕਿਤਨਾ ਸੋਹਣਾ ਅਤੇ ਕਿਤਨਾ ਵਿਸ਼ਾਲ ਹੋਏਗਾ। ਇਹ ਮਨ ਦੇ ਵਿੱਚ ਇੱਕ ਕੁਐਸਚਨ ਜਿਹੜਾ ਹੈ ਉਹ ਇਸ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਵੱਲੋਂ ਖੜਾ ਕਰ ਰਹੇ ਨੇ। ਸੋ ਦਰ ਕੇਹਾ, ਸੋ ਘਰ ਕੇਹਾ। ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਸੋ ਨੂੰ ਵੱਖਰਾ ਪੜ੍ਹਨਾ ਹੈ ਤੇ ਦਰ ਨੂੰ ਵੱਖਰਾ ਪੜ੍ਹਨਾ ਹੈ। ਸੋ ਨੂੰ ਵੱਖਰਾ ਪੜ੍ਹਨਾ ਹੈ ਤੇ ਘਰ ਨੂੰ ਵੱਖਰਾ ਪੜ੍ਹਨਾ ਹੈ। ਸੋ ਦਰ ਇਕੱਠਾ ਤੇ ਸੋ ਘਰ ਇਕੱਠਾ, ਇਹ ਦੋਵੇਂ ਇਕੱਠੇ ਨਹੀਂ ਪੜ੍ਹਨੇ, ਦੋਨਾਂ ਦੇ ਵਿੱਚ ਸਪੇਸ ਦੇ ਕੇ, ਥੋੜਾ ਵਿਸ਼ਰਾਮ ਦੇ ਕੇ ਫਿਰ ਪੜ੍ਹਨਾ ਹੈ। ਸੋ ਦਰ ਕੇਹਾ, ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਕਿ ਅੱਜ ਉਹ ਦਰ, ਉਹ ਘਰ ਕਿਹੋ ਜਿਹਾ ਹੋਏਗਾ, ਇਹ ਪਰਮਾਤਮਾ ਜੀ, ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਕਰ ਰਹੇ ਹੋ। ਕਿ ਜੇਕਰ ਉਹ ਘਰ ਬਹੁਤ ਵਿਸ਼ਾਲ ਹੈ ਤਾਂ ਉਸ ਦਰਬਾਰ ਦਾ ਜਿਹੜਾ ਹਾਲ ਹੈ, ਉਸ ਦਰਬਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੀ ਕੀ ਘਟਨਾਵਾਂ ਵਾਪਰ ਰਹੀਆਂ ਨੇ, ਉਹ ਸਾਰੀਆਂ ਘਟਨਾਵਾਂ ਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਸਾਨੂੰ ਦੱਸ ਰਹੇ ਨੇ। ਕੌਣ ਕੌਣ ਇਸ ਦਰਬਾਰ ਦੇ ਵਿੱਚ ਹਾਜ਼ਰ ਹੈ, ਉਸ ਦੀ ਇੱਕ ਛੋਟੀ ਜਿਹੀ ਝਲਕ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਕਿਸੇ ਰਾਜੇ ਦਾ ਦਰਬਾਰ ਜੇਕਰ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਰਾਜੇ ਦੇ ਦਰਬਾਰ ਦੇ ਵਿੱਚ ਉਹਦੇ ਬਹੁਤ ਸਾਰੇ ਅਹਿਲਕਾਰ ਬੈਠੇ ਨੇ, ਬਹੁਤ ਸਾਰੇ ਨੇਤਾ ਬੈਠੇ ਨੇ, ਕੋਈ ਮੰਤਰੀ ਬੈਠੇ ਨੇ, ਤੇ ਨਾਲ ਹੀ ਤੇ ਇੱਕ ਪਾਸੇ ਉਸ ਰਾਜੇ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਜਿਹੜੇ ਸਾਜ਼ ਵਜਾਉਣ ਵਾਲੇ ਉਹ ਬੈਠੇ ਨੇ, ਰਾਗਾਂ ਦਾ ਗਾਇਨ ਕਰਨ ਵਾਲੇ ਬੈਠੇ ਨੇ, ਗਵਈਏ ਬੈਠੇ ਨੇ, ਕਹਿੰਦੇ ਨੇ ਗੀਤਕਾਰ ਬੈਠੇ ਨੇ। ਇਹੋ ਜਿਹੀ ਹੀ ਝਲਕ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਵਾਜੇ ਨਾਦ ਅਨੇਕ ਅਸੰਖਾਂ। ਨਾਦ ਕਹਿੰਦੇ ਨੇ ਸਾਜ਼ਾਂ ਨੂੰ, ਕਹਿੰਦੇ ਨੇ ਕਿ ਬਹੁਤ ਸਾਰੇ ਸਾਜ਼ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਵੱਜ ਰਹੇ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਵਜਾਉਣ ਵਾਲੇ ਹਨ। ਵਾਜੇ ਨਾਦ ਅਨੇਕ ਅਸੰਖਾਂ, ਕਹਿੰਦੇ ਮੇਰੇ ਕੋਲ ਗਿਣਤੀ ਨਹੀਂ ਹੈ ਕਿ ਕਿਤਨੇ ਸਾਜ਼ ਵੱਜ ਰਹੇ ਨੇ। ਤੇ ਕੇਤੇ ਵਾਵਣ ਹਾਰੇ, ਉਹਨਾਂ ਨੂੰ ਵਜਾਉਣ ਵਾਲੇ ਵੀ ਕਈ ਹਨ। ਕੇਤੇ ਰਾਗ ਪਰੀ ਸਿਉ ਕਹੀਆਂ, ਕੇਤੇ ਗਾਵਣ ਹਾਰੇ। ਬੇਅੰਤ ਤਰ੍ਹਾਂ ਦੇ ਰਾਗ, ਰਾਗਣੀਆਂ ਦੇ ਸਮੇਤ ਹਰੇਕ ਰਾਗ ਦੀਆਂ ਕੁਝ ਉਪ ਰਾਗ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਆਮ ਭਾਸ਼ਾ 'ਚ ਰਾਗਣੀਆਂ ਆਖਦੇ ਹਾਂ। ਕਹਿੰਦੇ ਨੇ ਕਿ ਪਰਮਾਤਮਾ ਦੇ ਦਰ ਦੇ ਉੱਤੇ ਬੇਅੰਤ ਰਾਗ ਅਤੇ ਰਾਗਣੀਆਂ ਜਿਹੜੀਆਂ ਨੇ ਉਹ ਵੱਜ ਰਹੀਆਂ ਨੇ ਤੇ ਬੇਅੰਤ ਲੋਕ ਨੇ ਜਿਹੜੇ ਕਿ ਇਹਨਾਂ ਰਾਗਾਂ ਨੂੰ ਗਾ ਰਹੇ ਹਨ। ਕੇਤੇ ਰਾਗ ਪਰੀ ਸਿਉ ਕਹੀਆਂ, ਕੇਤੇ ਗਾਵਣ ਹਾਰੇ, ਕਿ ਇਹਨਾਂ ਰਾਗਾਂ ਨੂੰ ਗਾਉਣ ਵਾਲੇ ਵੀ ਬੇਅੰਤ ਲੋਕ ਪਰਮਾਤਮਾ ਦੇ ਦਰ ਦੇ ਉੱਤੇ ਬੈਠੇ ਹੋਏ ਹਨ। ਗਾਵੇਂ ਤੁਹਨੋਂ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਕਿ ਹੇ ਪ੍ਰਮਾਤਮਾ ਜੀ, ਤੁਹਾਡੇ ਦਰਬਾਰ ਦੇ ਵਿੱਚ, ਤੁਹਾਡੇ ਦਰ ਦੇ ਉੱਤੇ ਪੌਣ ਭਾਵ ਹਵਾ, ਪਾਣੀ ਅਤੇ ਬੈਸੰਤਰ, ਬੈਸੰਤਰ ਕਹਿੰਦੇ ਨੇ ਅੱਗ,
ਹਵਾ, ਪਾਣੀ ਤੇ ਅੱਗ, ਇਹ ਮੰਨਿਆ ਜਾਂਦਾ ਹੈ ਕਿ ਇਹ ਸਾਰੀ ਸ੍ਰਿਸ਼ਟੀ ਹਵਾ, ਪਾਣੀ ਅਤੇ ਅੱਗ ਦੇ ਨਾਲ ਹੀ ਬਣੀ ਹੋਈ ਹੈ ਤੇ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਇਹ ਤਿੰਨੇ ਮੂਲ ਕਾਰਕ, ਇਹ ਤਿੰਨੇ ਮੂਲ ਚੀਜ਼ਾਂ, ਇਹ ਵੀ ਪ੍ਰਮਾਤਮਾ ਦੇ ਦਰ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਪ੍ਰਮਾਤਮਾ ਜੀ ਤੁਹਾਡੇ ਦਰ ਦੇ ਉੱਤੇ ਹੀ ਇਹ ਤਿੰਨੇ ਚੀਜ਼ਾਂ ਪੌਣ ਪਾਣੀ ਬੈਸੰਤਰ ਤੁਹਾਨੂੰ ਹੀ ਗਾ ਰਹੀਆਂ ਹਨ। ਇੱਥੇ ਗਾਉਣ ਦਾ ਮਤਲਬ ਇੱਕ ਵਾਰ ਅਸੀਂ ਸਮਝ ਲੈਂਦੇ ਹਾਂ, ਗਾਵੈ, ਗਾਉਣ, ਇਹ ਵਾਰ-ਵਾਰ ਆਏਗਾ ਕਿ ਇਹਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਦੇ ਦਰ ਦੇ ਉੱਤੇ ਇਹ ਸਾਰੇ ਜੀਵ ਜਾਂ ਇਹ ਸਾਰੀਆਂ ਵਸਤੂਆਂ ਜਾਂ ਇਹ ਸਾਰੇ ਜਿਹੜੇ ਬਿੰਬ ਨੇ ਉਹ ਪ੍ਰਮਾਤਮਾ ਨੂੰ ਯਾਦ ਕਰ ਰਹੇ ਨੇ, ਉਹ ਪ੍ਰਮਾਤਮਾ ਨੂੰ ਉਹਦੀ ਉਪਮਾ ਕਰ ਰਹੇ ਨੇ, ਉਹ ਪ੍ਰਮਾਤਮਾ ਦੀ ਪ੍ਰਸ਼ੰਸਾ ਕਰ ਰਹੇ ਨੇ, ਉਹ ਪ੍ਰਮਾਤਮਾ ਨੂੰ ਯਾਦ ਕਰ ਰਹੇ ਨੇ, ਪ੍ਰਮਾਤਮਾ ਨੂੰ ਗਾ ਰਹੇ ਨੇ, ਪ੍ਰਮਾਤਮਾ ਦੀਆਂ ਚੰਗੀਆਂ ਸਿਫਤ ਸਲਾਹਾਂ ਉਹ ਕਰ ਰਹੇ ਨੇ। ਗਾਂ ਮੈਂ ਤੁਹਨੋਂ ਪੌਣ ਪਾਣੀ ਬੈਸੰਤਰ ਤੇ ਨਾਲ ਗਾਵੈ ਰਾਜਾ ਧਰਮ ਦੁਆਰੇ। ਕਹਿੰਦੇ ਨੇ ਕਿ ਧਰਮ ਰਾਜ, ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਪ੍ਰਾਣੀ ਮਰ ਕੇ ਧਰਮਰਾਜ ਦੇ ਕੋਲ ਜਾਂਦਾ ਹੈ ਤੇ ਕਹਿੰਦੇ ਨੇ ਕਿ ਉਹ ਧਰਮਰਾਜ ਤਾਂ ਲੋਕਾਂ ਨੂੰ ਭਾਵੇਂ ਮਾਰ ਕੇ ਆਪਣੇ ਕੋਲ ਬੁਲਾ ਰਿਹਾ ਹੈ, ਪਰ ਹੇ ਪ੍ਰਮਾਤਮਾ ਜੀਓ, ਅਕਾਲ ਪੁਰਖ ਜੀਓ, ਉਹ ਧਰਮਰਾਜ ਵੀ ਤੁਹਾਡੇ ਦਰ ਦੇ ਉੱਤੇ ਖੜ ਕੇ ਤੁਹਾਡੀ ਹੀ ਸਿਫਤ ਸਲਾਹ ਕਰਦਾ ਪਿਆ ਹੈ, ਤੁਹਾਨੂੰ ਹੀ ਯਾਦ ਕਰਦਾ ਪਿਆ ਹੈ। ਉਹ ਤੁਹਾਡੇ ਘਰ ਦੇ ਅੱਗੇ ਹੀ ਖੜਾ ਤੁਹਾਡਾ ਹੀ ਇੱਕ ਤਰੀਕੇ ਦੇ ਨਾਲ ਸੇਵਕ ਹੈ। ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਕਹਿੰਦੇ ਨੇ ਕਿ ਚਿੱਤਰ ਤੇ ਗੁਪਤ ਜਿਹੜੇ ਮੰਨੇ ਜਾਂਦੇ ਨੇ ਕਿ ਉਹ ਵਾਲੇ ਦੇਵਤੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਨੂੰ ਲਿਖਦੇ ਨੇ ਕਿ ਜੀਵ ਦੁਨੀਆ ਦੇ ਵਿੱਚ ਰਹਿੰਦਿਆਂ ਉਸਨੇ ਕੀ ਚੰਗਾ ਕੰਮ ਕੀਤਾ, ਕੀ ਮਾੜਾ ਕੰਮ ਕੀਤਾ, ਇਹ ਸਾਰਾ ਕੁਝ ਲੇਖਾ ਜੋਖਾ ਕਹਿੰਦੇ ਨੇ ਕਿ ਚਿੱਤਰਗੁਪਤ ਲਿਖਦੇ ਨੇ। ਪਰ ਪ੍ਰਮਾਤਮਾ ਜੀਓ, ਇਹ ਚਿੱਤਰਗੁਪਤ ਜਿਹੜੇ ਨੇ ਕਹਿੰਦੇ ਨੇ ਕਿ ਜਿਹੜੇ ਕਿ ਲੋਕਾਂ ਦਾ ਲੇਖਾ ਲਿਖਦੇ ਨੇ, ਉਹ ਚਿੱਤਰਗੁਪਤ ਪ੍ਰਮਾਤਮਾ ਜੀਓ, ਉਹ ਵੀ ਤੁਹਾਡੇ ਦਰ ਦੇ ਉੱਤੇ ਹੀ ਬੈਠੇ ਨੇ, ਜਿਹੜੇ ਕਿ ਧਰਮ ਦੀ ਵਿਚਾਰ ਕਰਦੇ ਨੇ, ਭਾਵ ਕਿ ਸੱਚ ਦਾ ਅਤੇ ਝੂਠ ਦਾ ਲੇਖਾ ਜੋਖਾ ਕਰਦੇ ਨੇ। ਗਾਵੇਂ ਚਿੱਤ ਗੁਪਤ ਲਿਖ ਜਾਣੇ, ਜਿਹੜੇ ਕਿ ਲਿਖਦੇ ਨੇ, ਧਰਮ ਵਿਚਾਰੇ, ਜਿਹੜੇ ਕਿ ਸੱਚ ਤੇ ਝੂਠ ਦਾ ਨਿਬੇੜਾ ਕਰਦੇ ਨੇ। ਪਰਮਾਤਮਾ ਜੀ, ਉਹ ਚਿੱਤਰਗੁਪਤ ਵੀ ਤੁਹਾਨੂੰ ਹੀ ਗਾ ਰਹੇ ਨੇ। ਗਾਵੇਂ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਕਿ ਹੇ ਪ੍ਰਮਾਤਮਾ ਜੀਓ, ਸ਼ਿਵ ਅਤੇ ਬ੍ਰਹਮਾ ਕਹਿੰਦੇ ਨੇ ਕਿ ਇਹ ਸਾਰੇ ਜਿਹੜੇ ਕਿ ਦੇਵਤੇ ਬਣਾਏ ਗਏ ਨੇ, ਇਹ ਵੀ ਤੁਹਾਡੇ ਦਰ ਦੇ ਉੱਤੇ ਖੜੇ ਹੋਏ ਤੁਹਾਨੂੰ ਹੀ ਯਾਦ ਕਰ ਰਹੇ ਨੇ ਤੇ ਨਾਲ ਹੀ ਜਿੰਨੇ ਵੀ ਦੇਵੀਆਂ ਦੇਵਤੇ ਨੇ, ਇਹਨਾਂ ਦੇ ਨਾਲ ਹੀ ਰਲ ਕੇ ਪ੍ਰਮਾਤਮਾ ਜੀਓ ਤੁਹਾਡੀ ਉਸਤਤ ਕਰ ਰਹੇ ਨੇ, ਇਹ ਤੁਹਾਡੇ ਦਰ ਦੇ ਉੱਤੇ ਸੋਭ ਰਹੇ ਹਨ। ਹੇ ਪ੍ਰਮਾਤਮਾ ਜੀ, ਤੁਹਾਡੇ ਸਵਾਰੇ ਹੋਏ ਈਸ਼ਰ ਅਤੇ ਬ੍ਰਹਮਾ, ਭਾਵ ਸ਼ਿਵ, ਬ੍ਰਹਮਾ ਅਤੇ ਦੇਵੀਆਂ, ਇਹ ਵੀ ਤੁਹਾਡੇ ਦਰ ਦੇ ਉੱਤੇ ਖੜੇ ਹੋਏ ਤੁਹਾਨੂੰ ਹੀ ਯਾਦ ਕਰ ਰਹੇ ਨੇ, ਤੁਹਾਨੂੰ ਹੀ ਗਾ ਰਹੇ ਨੇ, ਤੁਹਾਡੀ ਹੀ ਸਿਫਤ ਸਲਾਹ ਕਰ ਰਹੇ ਹਨ। ਗਾਵੇਂ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਕਿ ਹੇ ਪ੍ਰਮਾਤਮਾ ਜੀ, ਤੁਹਾਡੇ ਦਰ ਦੇ ਉੱਤੇ ਦੇਵਤਿਆਂ ਦੇ ਸਮੇਤ ਇੰਦਰ ਜਿਹੜਾ ਹੈ, ਜਿਹੜਾ ਕਿ ਮੰਨਿਆ ਜਾਂਦਾ ਹੈ ਕਿ ਸਾਰੇ ਦੇਵਤਿਆਂ ਦਾ ਰਾਜਾ ਹੈ, ਉਹ ਸਿੰਘਾਸਣ ਦੇ ਉੱਤੇ ਬੈਠਦਾ ਹੈ। ਕਹਿੰਦੇ ਨੇ ਕਿ ਉਹ ਵੀ ਇੰਦਰ ਆਪਣੇ ਦੇਵਤਿਆਂ ਦੇ ਸਮੇਤ ਤੁਹਾਡੇ ਦਰ ਦੇ ਉੱਤੇ ਬੈਠਾ, ਤੁਹਾਡੇ ਦਰ ਦੇ ਉੱਤੇ ਖੜਾ ਪ੍ਰਮਾਤਮਾ ਜੀ, ਉਹ ਤੁਹਾਡੀ ਹੀ ਸਿਫਤ ਸਲਾਹ ਕਰ ਰਿਹਾ ਹੈ, ਤੁਹਾਨੂੰ ਹੀ ਯਾਦ ਕਰ ਰਿਹਾ ਹੈ। ਗਾਵੇਂ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਬੇਅੰਤ ਜਿਹੜੇ ਨੇ ਸਿੱਧ, ਜਿਹੜੇ ਕਿ ਸਮਾਧੀਆਂ ਲਾ ਕੇ ਬੈਠੇ ਹੋਏ ਨੇ, ਕਹਿੰਦੇ ਨੇ ਕਿ ਪ੍ਰਮਾਤਮਾ ਜੀ ਉਹ ਵੀ ਤੁਹਾਨੂੰ ਹੀ ਗਾ ਰਹੇ ਨੇ ਤੇ ਬਹੁਤ ਸਾਰੇ ਸਾਧੂ ਕਿ ਉਹ ਧਰਮ ਦੀ ਵਿਚਾਰ ਕਰਦੇ ਹੋਏ ਤੁਹਾਡੀ ਹੀ ਵਿਚਾਰ ਕਰ ਰਹੇ ਨੇ, ਤੁਹਾਡੀ ਹੀ ਸਿਫਤ ਸਲਾਹ ਕਰ ਰਹੇ ਨੇ, ਤੁਹਾਨੂੰ ਹੀ ਗਾ ਰਹੇ ਨੇ। ਗਾਵਨ ਜਤੀ ਸਤੀ ਸੰਤੋਖੀ, ਗਾਵੇਂ ਵੀਰ ਕਰਾਰੇ। ਜਤ ਅਤੇ ਸਤ ਦੀ ਪਾਲਣਾ ਕਰਨ ਵਾਲੇ ਜਤੀ ਸਤੀ ਮੁਨੀ, ਕਹਿੰਦੇ ਨੇ ਕਿ ਇਹ ਬੇਅੰਤ ਲੋਕ ਜਿਹੜੇ ਨੇ, ਜਤ ਤੇ ਸਤ ਦੀ ਪਾਲਣਾ ਕਰਨ ਵਾਲੇ ਪ੍ਰਮਾਤਮਾ ਜੀਓ, ਅਕਾਲ ਪੁਰਖ ਜੀਓ, ਇਹ ਵੀ ਤੁਹਾਡੇ ਦਰ ਦੇ ਉੱਤੇ ਹੀ ਖੜੇ ਹੋਏ ਨੇ। ਹਾਲਾਂਕਿ ਪ੍ਰਮਾਤਮਾ ਨੂੰ ਤਾਂ ਸਾਰਾ ਕੁਝ ਪਤਾ ਹੈ ਕਿ ਪ੍ਰਮਾਤਮਾ ਦੇ ਦਰ ਤੇ ਕੌਣ ਖੜਾ ਹੈ। ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ
ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਪ੍ਰਮਾਤਮਾ ਦਾ ਜੇਕਰ ਦਰ ਹੋਵੇ ਤਾਂ ਉਸ ਦਰ ਦੇ ਉੱਤੇ ਕੌਣ-ਕੌਣ ਖੜਾ ਹੈ। ਜਿਨ੍ਹਾਂ ਨੂੰ ਅਸੀਂ ਵੱਡੇ-ਵੱਡੇ ਰਾਜੇ, ਮਹਾਰਾਜੇ, ਦੇਵਤੇ ਮੰਨ ਰਹੇ ਹਾਂ, ਉਹ ਵੀ ਪ੍ਰਮਾਤਮਾ ਦੇ ਦਰ ਦੇ ਉੱਤੇ ਖੜੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਨੇ। ਇਹ ਸਾਰਾ ਬਿੰਬ ਗੁਰੂ ਨਾਨਕ ਸਾਹਿਬ ਜੀ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ ਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਜਤੀ ਸਤੀ ਸੰਤੋਖੀ, ਸੰਤੋਖ ਰੱਖਣ ਵਾਲੇ, ਜਤ ਤੇ ਸਤ ਦੀ ਪਾਲਣਾ ਕਰਨ ਵਾਲੇ, ਉਹ ਵੀ ਪ੍ਰਮਾਤਮਾ ਜੀ ਉਹ ਤੁਹਾਨੂੰ ਯਾਦ ਕਰ ਰਹੇ ਨੇ। ਤੇ ਨਾਲ ਹੀ ਵੀਰ ਕਰਾਰੇ, ਕਰਾਰੇ ਮੈਨੇ ਕਿ ਬਹੁਤ ਵੱਡੇ, ਬਹੁਤ ਤਾਕਤਵਰ, ਉਹ ਸੂਰਬੀਰ ਜਿਹੜੇ ਕਿ ਵੱਡੇ ਵੱਡੇ ਸੂਰਬੀਰ ਨੇ ਜਿਨ੍ਹਾਂ ਨੇ ਦੁਨੀਆ ਨੂੰ ਜਿੱਤਿਆ, ਕਹਿੰਦੇ ਨੇ ਕਿ ਉਹ ਸੂਰਬੀਰ ਵੀ ਵੱਡੇ ਮਹਾਨ ਸੂਰਬੀਰ ਪ੍ਰਮਾਤਮਾ ਜੀ ਤੁਹਾਡੇ ਦਰ ਦੇ ਉੱਤੇ ਖੜੇ ਤੁਹਾਨੂੰ ਹੀ ਯਾਦ ਕਰ ਰਹੇ ਨੇ। ਗਾਵਨ ਪੰਡਿਤ ਪੜਨ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਕਹਿੰਦੇ ਨੇ ਕਿ ਪੰਡਤ ਲੋਕ, ਸਿਆਣੇ ਪੜ੍ਹੇ ਲਿਖੇ ਲੋਕ, ਰਖੀਸ਼ਰ, ਰਖੀਸ਼ਰ ਭਾਵ ਕਹਿੰਦੇ ਨੇ ਰਿਖੀਆਂ ਦਾ ਈਸ਼ਵਰ, ਰਿਖੀਆਂ ਦਾ ਸਭ ਤੋਂ ਵੱਡਾ ਜਿਹੜਾ ਮੁਖੀ ਏ ਉਹਨੂੰ ਰਖੀਸ਼ਰ ਕਿਹਾ ਕਿ ਇਕੱਲੇ ਸਾਧੂ ਜਨ ਨਹੀਂ, ਪੰਡਤ ਜਨ ਨਹੀਂ, ਰਿਸ਼ੀ ਮੁਨੀ ਵੀ ਅਤੇ ਰਿਸ਼ੀਆਂ ਮੁਨੀਆਂ ਦੇ ਵੀ ਜਿਹੜੇ ਸਿਰਮੌਰ ਨੇ, ਮੁਖੀ ਨੇ, ਉਹ ਸਾਰੇ ਰਲ ਮਿਲ ਕੇ ਵੇਦਾਂ ਦੀ ਵਿਚਾਰ ਦੇ ਸਮੇਤ, ਵੇਦਾਂ ਦੀ ਵਿਚਾਰ ਕਰਦੇ ਕਰਦੇ ਪ੍ਰਮਾਤਮਾ ਜੀ ਜੁਗਾਂ ਜੁਗਾਂ ਤੋਂ ਹੀ ਤੁਹਾਡੇ ਸਿਫਤ ਸਲਾਹ ਕਰ ਰਹੇ ਨੇ। ਜੁਗ ਜੁਗ ਵੇਦਾਂ ਨਾਲੇ, ਕਿ ਵੇਦਾਂ ਨੂੰ ਪੜ੍ਹਦੇ ਪੜ੍ਹਦੇ ਵੀ ਪ੍ਰਮਾਤਮਾ ਜੀਓ ਇਹ ਸਾਰੇ ਪੰਡਿਤ ਅਤੇ ਰਖੀਸ਼ਰ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ, ਤੁਹਾਨੂੰ ਹੀ ਯਾਦ ਕਰ ਰਹੇ ਨੇ, ਤੁਹਾਡਾ ਹੀ ਨਾਮ ਸਿਮਰ ਰਹੇ ਨੇ। ਗਾਵਨ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਕਹਿੰਦੇ ਨੇ ਕਿ ਉਹ ਸੁੰਦਰ ਇਸਤਰੀਆਂ ਜਿਹੜੀਆਂ ਕਿ ਸੁਰਗਾਂ ਦੇ ਵਿੱਚ ਅਤੇ ਮੱਛ ਭਾਵ ਕਿ ਧਰਤ ਲੋਕ ਦੇ ਉੱਤੇ, ਕਿ ਹਰੇਕ ਥਾਂ ਦੇ ਉੱਤੇ ਜਿਹੜੀਆਂ ਸੁੰਦਰ ਇਸਤਰੀਆਂ ਆਮ ਲੋਕਾਂ ਦਾ ਮਨ ਮੋਹ ਲੈਂਦੀਆਂ ਨੇ, ਉਹ ਵੀ ਸੁੰਦਰ ਇਸਤਰੀਆਂ ਪ੍ਰਮਾਤਮਾ ਜੀ ਤੁਹਾਡੇ ਦਰ ਦੇ ਉੱਤੇ ਹੀ ਖੜੀਆਂ ਤੁਹਾਨੂੰ ਗਾ ਰਹੀਆਂ ਨੇ। ਗਾਵੇਂ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ, ਕਿ ਸੁਰਗ ਅਤੇ ਧਰਤੀ ਦੇ ਵਿੱਚ ਜਿਹੜੀਆਂ ਇਸਤਰੀਆਂ ਲੋਕਾਂ ਦਾ ਮਨ ਮੋਹਦੀਆਂ ਨੇ, ਪ੍ਰਮਾਤਮਾ ਜੀ ਉਹ ਵੀ ਤੁਹਾਡੇ ਦਰ ਦੇ ਉੱਤੇ ਖੜੀਆਂ ਤੁਹਾਨੂੰ ਹੀ ਗਾ ਰਹੀਆਂ ਹਨ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਪ੍ਰਮਾਤਮਾ ਜੀ ਤੁਸੀਂ ਬੇਅੰਤ ਰਤਨ ਜਿਹੜੇ ਨੇ ਪੈਦਾ ਕੀਤੇ ਨੇ ਤੇ ਨਾਲ ਹੀ ਇਸ ਭਾਰਤ ਦੇ ਵਿੱਚ 68 ਤੀਰਥ ਮੰਨੇ ਜਾਂਦੇ ਨੇ। ਕਹਿੰਦੇ ਨੇ ਕਿ ਇਹ ਸਾਰੇ ਰਤਨ ਜਿਤਨੇ ਤੁਸੀਂ ਪੈਦਾ ਕੀਤੇ, ਬੇਸ਼ਕੀਮਤੀ ਚੀਜ਼ਾਂ, ਇਹ ਸਾਰੀਆਂ ਤੇ ਇਸ ਧਰਤੀ ਦੇ ਉੱਤੇ ਜਿਹੜੇ 68 ਤੀਰਥ ਨੇ, ਇਹ ਵੀ ਸਾਰੇ ਪ੍ਰਮਾਤਮਾ ਜੀ ਤੁਹਾਡੇ ਦਰ ਦੇ ਉੱਤੇ ਖੜੇ ਤੁਹਾਡੀ ਹੀ ਸਿਫਤ ਸਲਾਹ ਕਰ ਰਹੇ ਨੇ, ਤੁਹਾਨੂੰ ਹੀ ਯਾਦ ਕਰ ਰਹੇ ਨੇ। ਗਾਵੇਂ ਜੋਧ ਮਹਾਬਲ ਸੂਰਾ, ਗਾਵੇਂ ਖਾਣੀ ਚਾਰੇ। ਕਹਿੰਦੇ ਨੇ ਕਿ ਤੁਹਾਡੇ ਬਣਾਏ ਹੋਏ ਮਹਾਬਲੀ ਸੂਰਮੇ, ਸੂਰਬੀਰ, ਕਹਿੰਦੇ ਨੇ ਕਿ ਉਹ ਵੀ ਤੁਹਾਨੂੰ ਗਾ ਰਹੇ ਨੇ ਤੇ ਗਾਵੇਂ ਖਾਣੀ ਚਾਰੇ। ਚਾਰ ਤਰੀਕੇ ਦੇ ਨਾਲ ਜੀਵਾਂ ਦੀ ਉਤਪਤੀ ਮੰਨੀ ਜਾਂਦੀ ਹੈ। ਅੰਡਜ, ਜੇਰਜ, ਉਤਪਜ, ਸੇਤਜ। ਇਹ ਚਾਰ ਤਰੀਕਿਆਂ ਦੇ ਨਾਲ ਜਿਹੜੀ ਉਤਪਤੀ ਮੰਨੀ ਜਾਂਦੀ ਹੈ, ਇਹਨਾਂ ਤੋਂ ਪੈਦਾ ਹੋਏ ਸਾਰੇ ਜੀਵ, ਇਨਸਾਨ, ਪੰਛੀ, ਕੀੜੇ ਮਕੌੜੇ, ਹਰ ਕੋਈ, ਕਹਿੰਦੇ ਨੇ ਕਿ ਪ੍ਰਮਾਤਮਾ ਜੀ ਸਾਰੇ ਦੇ ਸਾਰੇ ਜੀਵ ਤੁਹਾਡੇ ਦਰ ਦੇ ਉੱਤੇ ਹੀ ਖੜੇ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ, ਤੁਹਾਨੂੰ ਹੀ ਗਾ ਰਹੇ ਨੇ, ਤੁਹਾਨੂੰ ਹੀ ਯਾਦ ਕਰ ਰਹੇ ਨੇ। ਗਾਵੇਂ ਜੋਧ ਮਹਾਬਲ ਸੂਰਾ, ਮਹਾਬਲੀ ਸੂਰਮੇ ਜਿਹੜੇ ਉਹ ਵੀ ਗਾ ਰਹੇ ਨੇ। ਗਾਵੇਂ ਖਾਣੀ ਚਾਰੇ, ਚਾਰੇ ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵ, ਉਹ ਵੀ ਤੁਹਾਨੂੰ ਪ੍ਰਮਾਤਮਾ ਜੀ ਯਾਦ ਕਰ ਰਹੇ ਨੇ, ਤੁਹਾਨੂੰ ਹੀ ਗਾ ਰਹੇ ਨੇ। ਗਾਵੇਂ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਕਹਿੰਦੇ ਨੇ ਕਿ ਇਹ ਖੰਡ ਮੰਡਲ ਪਰ ਭੰਡਾ ਭਾਵ ਕਿ ਜਿਤਨੀ ਕਾਇਨਾਤ ਬਣੀ, ਜਿਤਨੀ ਸ੍ਰਿਸ਼ਟੀ ਬਣੀ, ਸੂਰਜ, ਤਾਰੇ, ਚੰਦਰਮਾ ਅਤੇ ਜਿੰਨੇ ਬ੍ਰਹਿਮੰਡ, ਇਹਨਾਂ ਸਾਰਿਆਂ ਦੀ ਅਸੀਂ ਜੇਕਰ ਗਿਣਤੀ ਮਿਣਤੀ ਕਰੀਏ ਤਾਂ ਇਹ ਖੰਡ ਮੰਡਲ ਵਰ ਭੰਡਾ, ਇਹ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਂਦਾ ਹੈ ਕਿ ਇਹ ਜਿਤਨੀ ਵੀ ਸ੍ਰਿਸ਼ਟੀ ਬਣਾਈ, ਬ੍ਰਹਿਮੰਡ ਬਣਾਇਆ, ਇਹ ਸਾਰੇ ਦਾ ਸਾਰਾ ਪ੍ਰਮਾਤਮਾ ਜੀਓ ਰਲ ਮਿਲ ਕੇ ਤੁਹਾਨੂੰ ਹੀ ਗਾ ਰਿਹਾ ਹੈ। ਇਹ ਪ੍ਰਮਾਤਮਾ ਜੀਓ ਇਹ ਜਿਤਨਾ ਵੀ ਬ੍ਰਹਿਮੰਡ, ਇਹ ਸਾਰਾ ਤੁਹਾਨੂੰ ਹੀ ਗਾ ਰਿਹਾ ਹੈ। ਇਹ ਸਾਰਾ ਬ੍ਰਹਿਮੰਡ ਜਿਨ੍ਹਾਂ ਨੂੰ ਤੁਸੀਂ ਬਣਾ ਕੇ ਧਰ ਦਿੱਤਾ, ਇਹ ਧਰਿਆ ਹੋਇਆ ਬ੍ਰਹਿਮੰਡ ਤੁਹਾਨੂੰ ਹੀ ਗਾ ਰਿਹਾ ਹੈ, ਤੁਹਾਨੂੰ ਹੀ ਯਾਦ ਕਰ ਰਿਹਾ ਹੈ।
ਸੇਈ ਤੁਧਨੋ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਕਹਿੰਦੇ ਨੇ ਸੇਈ ਤੁਧਨੋ ਗਾਵੈ, ਉਹੀ ਤੁਹਾਨੂੰ ਗਾ ਸਕਦੇ ਹਨ ਜੋ ਤੁਧ ਭਾਵਨ, ਜਿਹੜੇ ਕਿ ਤੁਹਾਨੂੰ ਭਾਉਂਦੇ ਹਨ। ਭਾਵ ਕਿ ਹਰ ਕੋਈ ਤੁਹਾਨੂੰ ਨਹੀਂ ਗਾ ਸਕਦਾ। ਪਰਮਾਤਮਾ ਜੀ ਦੀ ਸ੍ਰਿਸ਼ਟੀ ਬਣਾਈ ਬੜੀ ਵੱਡੀ ਹੈ, ਪਰ ਸ੍ਰਿਸ਼ਟੀ ਦੇ ਵਿੱਚ ਬਣਾਏ ਹੋਏ ਬਹੁਤ ਸਾਰੇ ਜੀਵ ਪਰਮਾਤਮਾ ਨੂੰ ਨਹੀਂ ਗਾ ਰਹੇ, ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ, ਪਰ ਫਿਰ ਵੀ ਪਰਮਾਤਮਾ ਜੀ ਬੇਅੰਤ ਜੀਵ ਤੁਹਾਨੂੰ ਯਾਦ ਕਰ ਰਹੇ ਨੇ। ਤੇ ਕਿਹੜੇ ਕਿਹੜੇ ਜੀਵ ਤੁਹਾਨੂੰ ਯਾਦ ਕਰ ਰਹੇ ਨੇ? ਜੋ ਤੁਧ ਭਾਵਨ, ਜਿਹੜੇ ਕਿ ਤੁਹਾਨੂੰ ਭਾਉਂਦੇ ਨੇ। ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਕਹਿੰਦੇ ਨੇ ਕਿ ਹੋਰ ਵੀ ਬੇਅੰਤ ਜੀਵ ਜਿਹੜੇ ਨੇ ਪ੍ਰਮਾਤਮਾ ਜੀ ਤੁਹਾਨੂੰ ਯਾਦ ਕਰ ਰਹੇ ਨੇ, ਤੁਹਾਨੂੰ ਗਾ ਰਹੇ ਨੇ, ਤੁਹਾਡੀ ਸਿਫਤ ਸਲਾਹ ਕਰ ਰਹੇ ਨੇ, ਪਰ ਕੌਣ ਨੇ? ਕਹਿੰਦੇ ਨੇ ਕਿ ਮੈਨੂੰ ਉਹ ਯਾਦ ਨਹੀਂ ਆ ਰਹੇ। ਗੁਰੂ ਨਾਨਕ ਸਾਹਿਬ ਜੀ ਇੱਥੇ ਆਪਣੀ ਅਸਮਰਥਤਾ ਜਤਾਉਂਦੇ ਪਏ ਨੇ, ਆਪਣੀ ਜਿਹੜੀ ਬੁੱਧੀ ਹੈ, ਆਪਣੀ ਪਹੁੰਚ ਹੈ, ਉਹਦੀ ਲਿਮਟ ਕਰਦੇ ਪਏ ਨੇ। ਕਹਿੰਦੇ ਨੇ ਕਿ ਮੇਰੀ ਲਿਮਟ ਤੋਂ ਬਾਹਰ ਹੈ, ਮੇਰੀ ਪਹੁੰਚ ਤੋਂ ਬਾਹਰ ਹੈ, ਜਾਂ ਮੇਰੀ ਜਾਣਕਾਰੀ ਤੋਂ ਬਾਹਰ। ਕਹਿੰਦੇ ਨੇ ਕਿ ਬੇਅੰਤ ਜੀਵ ਅਜਿਹੇ ਨੇ ਪ੍ਰਮਾਤਮਾ ਜੀ, ਜਿਹੜੇ ਤੁਹਾਨੂੰ ਯਾਦ ਕਰ ਰਹੇ ਨੇ, ਜਿਹੜੇ ਤੁਹਾਨੂੰ ਗਾ ਰਹੇ ਨੇ। ਹੋਰ ਕੀਤੇ ਗਾਵਨ, ਜਿਹੜੇ ਕਿ ਹੋਰ ਕਈ ਗਾ ਰਹੇ ਨੇ। ਸੇ ਮੈਂ ਚਿਤ ਨਾ ਆਵਨ, ਉਹ ਮੈਨੂੰ ਚੇਤਾ ਨਹੀਂ ਆ ਰਹੇ, ਮੈਨੂੰ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਨਾਨਕ ਕਿਆ ਵਿਚਾਰੇ, ਇਹਦੇ ਬਾਰੇ ਨਾਨਕ ਕੀ ਵਿਚਾਰ ਕਰ ਸਕਦਾ? ਮੈਂ ਕੀ ਕਹਿ ਸਕਦਾ ਹਾਂ? ਮੈਂ ਨਹੀਂ ਦੱਸ ਸਕਦਾ, ਕਿਉਂਕਿ ਮੇਰੀ ਉਹ ਜਾਣਕਾਰੀ ਤੋਂ ਬਾਹਰ ਨੇ। ਪਰਮਾਤਮਾ ਜੀ ਦੀ ਬਣਾਇਆ ਹੋਇਆ ਬ੍ਰਹਿਮੰਡ ਇਤਨਾ ਵਿਸ਼ਾਲ ਹੈ ਕਿ ਅਸੀਂ ਉਹਦੇ ਤੱਕ ਪਹੁੰਚ ਨਹੀਂ ਕਰ ਸਕਦੇ। ਤੇ ਗੁਰੂ ਨਾਨਕ ਸਾਹਿਬ ਜੀ ਇੱਥੇ ਆਪਣੀ ਅਸਮਰਥਤਾ ਜਿਹੜੀ ਆ ਪ੍ਰਗਟ ਕਰ ਰਹੇ ਨੇ ਕਿ ਮੇਰੀ ਜਾਣਕਾਰੀ ਤੋਂ ਬਾਹਰ ਵੀ ਬੇਅੰਤ ਜੀਵ ਪ੍ਰਮਾਤਮਾ ਜੀਓ ਤੁਹਾਨੂੰ ਗਾ ਰਹੇ ਨੇ, ਤੁਹਾਨੂੰ ਯਾਦ ਕਰ ਰਹੇ ਨੇ, ਪਰ ਮੈਨੂੰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਹੈ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਕਹਿੰਦੇ ਨੇ ਕਿ ਉਹੀ ਸੱਚਾ ਹੈ ਪ੍ਰਮਾਤਮਾ। ਸੋਈ ਸੋਈ ਸਦਾ ਸੱਚ, ਹਮੇਸ਼ਾ ਦੇ ਲਈ ਸੱਚ। ਸੱਚ ਮਤਲਬ ਕਿ ਜਿਹੜਾ ਕਦੀ ਖਤਮ ਨਾ ਹੋ ਸਕਦਾ ਹੋਵੇ, ਜਿਹੜਾ ਝੂਠ ਨਾ ਬਣ ਸਕਦਾ ਹੋਵੇ, ਜਿਹਦਾ ਹਮੇਸ਼ਾ ਹੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਪ੍ਰਮਾਤਮਾ ਦਾ ਜ਼ਿਕਰ ਕਿ ਜਿਹੜਾ ਪ੍ਰਮਾਤਮਾ ਦੁਨੀਆ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਹਮੇਸ਼ਾ ਰਹੇਗਾ। ਸੋਈ ਸੋਈ ਸਦਾ ਸੱਚ, ਕਿ ਉਹੀ ਪ੍ਰਮਾਤਮਾ ਹਮੇਸ਼ਾ ਸੱਚ ਹੈ। ਸਾਹਿਬ ਸਾਚਾ, ਪ੍ਰਮਾਤਮਾ ਜੀ ਸੱਚ ਨੇ। ਸਾਚੀ ਨਾਈ, ਉਹਦਾ ਜਿਹੜਾ ਨਿਆਂ ਹੈ, ਉਹਦਾ ਜਿਹੜਾ ਨਾਮ ਹੈ, ਉਹਦੀ ਜਿਹੜੀ ਵਡਿਆਈ ਹੈ, ਉਹ ਵੀ ਸੱਚੀ ਹੈ। ਪ੍ਰਮਾਤਮਾ ਦੀ ਸਿਫਤ ਸਲਾਹ ਵੀ ਸੱਚੀ ਹੈ ਤੇ ਪ੍ਰਮਾਤਮਾ ਖੁਦ ਆਪ ਵੀ ਸੱਚਾ ਹੈ। ਇਸ ਤੁਕ ਦਾ ਉਚਾਰਨ ਕਰਦਿਆਂ ਹੋਇਆਂ, ਇਸ ਤੁਕ ਦੇ ਵਿੱਚ ਕੁੱਲ 8 ਸ਼ਬਦ ਆਉਂਦੇ ਨੇ। ਇਹਦੇ 'ਚ ਅਸੀਂ ਸੋਈ ਸੋਈ ਦੋ ਇਕੱਠੇ ਅਲੱਗ ਪੜ੍ਹਨੇ ਨੇ, ਸਦਾ ਸੱਚ ਇਹਨਾਂ ਦੋਨਾਂ ਦਾ ਉਚਾਰਨ ਕਰਨਾ ਹੈ, ਸਾਹਿਬ ਸਾਚਾ ਇਹਨਾਂ ਦੋਨਾਂ ਦਾ ਉਚਾਰਨ ਕਰਨਾ ਹੈ, ਤੇ ਸਾਚੀ ਨਾਈ ਇਹਨਾਂ ਦੋਨਾਂ ਦਾ ਇਕੱਠਾ ਉਚਾਰਨ ਕਰਨਾ ਹੈ। ਯਾਨੀ ਕਿ 2 2 2 ਦਾ ਸੈੱਟ ਅਸੀਂ ਬਣਾ ਕੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਇਸ ਤਰੀਕੇ ਦੇ ਨਾਲ ਅਸੀਂ ਸ਼ਬਦ, ਇਸ ਤੁਕ ਦਾ ਉਚਾਰਨ ਜਿਹੜਾ ਉਹ ਕਰਨਾ ਹੈ। ਇਸ ਤੁਕ ਦਾ ਉਚਾਰਨ ਅਲੱਗ-ਅਲੱਗ ਤਰੀਕੇ ਦੇ ਨਾਲ ਅਸੀਂ ਨਹੀਂ ਕਰਨਾ, ਕਿ ਇਹ ਨਹੀਂ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਇਸ ਤਰੀਕੇ ਦੇ ਨਾਲ ਇਹਦੇ ਅਰਥ ਜਿਹੜੇ ਨੇ ਗਲਤ ਹੋ ਜਾਂਦੇ ਨੇ। ਇਸ ਲਈ ਇਹਦਾ 2 2 ਦਾ ਸੈੱਟ ਬਣਾ ਕੇ ਇਸ ਦਾ ਉਚਾਰਨ ਜਿਹੜਾ ਹੈ ਉਹ ਸਹੀ ਕੀਤਾ ਜਾਵੇ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਇਸ ਤੁਕ ਦੇ ਵਿੱਚ ਵੀ ਅਰਥ ਇਹੀ ਹਨ, ਹੈ ਭੀ ਹੋਸੀ ਜਾਏ ਨਾ ਜਾਸੀ। ਕਹਿੰਦੇ ਨੇ ਕਿ ਉਹ ਪ੍ਰਮਾਤਮਾ ਹੈ ਸੀ, ਹੁਣ ਵੀ ਹੈ, ਹਮੇਸ਼ਾ ਰਹੇਗਾ, ਕਿਤੇ ਨਹੀਂ ਉਹ ਜਾ ਰਿਹਾ। ਕਿ ਕੌਣ? ਰਚਨਾ ਜਿਨ ਰਚਾਈ, ਜਿਸ ਨੇ ਇਹ ਸਾਰਾ ਬ੍ਰਹਿਮੰਡ ਬਣਾਇਆ, ਉਹ ਪ੍ਰਮਾਤਮਾ ਹਮੇਸ਼ਾ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ। ਰੰਗੀ ਰੰਗੀ ਭਾਂਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਹਿੰਦੇ ਨੇ ਕਿ ਜਿਸ ਪ੍ਰਮਾਤਮਾ ਨੇ ਰੰਗ ਬਿਰੰਗੀ ਦੁਨੀਆ ਨੂੰ ਪੈਦਾ ਕੀਤਾ, ਜਿਨਸੀ ਭਾਵ ਕਿ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਜਿਨਸਾਂ ਪੈਦਾ ਕੀਤੀਆਂ। ਕਹਿੰਦੇ ਨੇ ਕਿ ਇਹ ਸਾਰਾ ਕੁਝ ਪ੍ਰਮਾਤਮਾ ਜੀ ਨੇ ਪੈਦਾ ਕੀਤਾ, ਰੰਗੀ ਰੰਗੀ ਭਾਂਤੀ ਕਰ ਕਰ, ਭਾਂਤ ਭਾਂਤ ਦੀ ਰੰਗਾਂ ਬਰੰਗਾਂ ਦੀ ਜਿਨਸ ਜਿਹੜੀ ਹੈ ਪੈਦਾ ਕੀਤੀ, ਜਿਨੇ ਇਸ ਨੂੰ ਉਪਾਇਆ। ਕਹਿੰਦੇ ਨੇ ਉਹ ਕੀ ਹੈ? ਕਰ ਕਰ ਵੇਖੈ ਕੀਤਾ ਆਪਣਾ,
ਜਿਵੇਂ ਤਿਸ ਦੀ ਵਡਿਆਈ। ਜਿਵੇਂ ਉਹਦੀ ਵਡਿਆਈ, ਜਿਵੇਂ ਉਹਨੂੰ ਚੰਗਾ ਲੱਗਦਾ ਪ੍ਰਮਾਤਮਾ ਜੀ ਨੂੰ, ਉਹ ਕੀ ਕਰਦਾ, ਕਰ ਕਰ ਵੇਖੈ, ਕਿ ਉਹ ਬਣਾ ਬਣਾ ਕੇ ਦੇਖਦਾ ਹੈ ਕਿਹਨੂੰ ਕੀਤਾ ਆਪਣਾ, ਆਪਣੀ ਬਣਾਈ ਹੋਈ ਕਿਰਤ ਨੂੰ ਖੁਦ ਆਪ ਹੀ ਪ੍ਰਮਾਤਮਾ ਜੀ ਨਿਹਾਰ ਰਹੇ ਨੇ। ਕਰ ਕਰ ਵੇਖੈ ਕੀਤਾ ਆਪਣਾ, ਜਿਵੇਂ ਤਿਸ ਦੀ ਵਡਿਆਈ। ਜਿਵੇਂ ਉਸ ਨੂੰ ਭਾਉਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹਦੀ ਵਡਿਆਈ ਹੈ, ਉਵੇਂ ਹੀ ਉਹ ਇਸ ਦੁਨੀਆ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਇੱਥੇ ਕਾਰ ਵਿਹਾਰ ਪੈਦਾ ਕਰਦਾ ਹੈ, ਤੇ ਉਸ ਕਾਰ ਵਿਹਾਰ ਨੂੰ, ਸ੍ਰਿਸ਼ਟੀ ਨੂੰ, ਜਾਂ ਆਪਣੀ ਬਣਾਈ ਹੋਈ ਜਿਹੜੀ ਰਚਨਾ ਹੈ ਉਸ ਨੂੰ ਦੇਖਦਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਣਾ ਜਾਈ। ਉਸ ਪ੍ਰਮਾਤਮਾ ਜੀ ਨੂੰ ਜੋ ਚੰਗਾ ਲੱਗਦਾ ਹੈ ਉਹ ਉਹੀ ਕਰਦੇ ਨੇ। ਜੋ ਤਿਸ ਭਾਵੇ, ਜੋ ਉਸ ਨੂੰ ਚੰਗਾ ਲੱਗਦਾ, ਭਾਉਂਦਾ ਹੈ, ਸੋਈ ਕਰਸੀ, ਉਹ ਉਹੀ ਕਰਦੇ ਨੇ। ਹੁਕਮ ਨਾ ਕਰਨਾ ਜਾਈ। ਪ੍ਰਮਾਤਮਾ ਦੇ ਅੱਗੇ ਕੀ ਅਸੀਂ ਹੁਕਮ ਕਰ ਸਕਦੇ ਹਾਂ? ਅਸੀਂ ਤਾਂ ਪ੍ਰਮਾਤਮਾ ਅੱਗੇ ਸਿਰਫ ਅਰਦਾਸ ਕਰ ਸਕਦੇ ਹਾਂ, ਪਰ ਪ੍ਰਮਾਤਮਾ ਦੇ ਅੱਗੇ ਅਸੀਂ ਕੀ ਹੁਕਮ ਕਰ ਸਕਦੇ ਹਾਂ? ਅਸੀਂ ਪ੍ਰਮਾਤਮਾ ਦੇ ਅੱਗੇ ਕੋਈ ਹੁਕਮ ਨਹੀਂ ਕਰ ਸਕਦੇ। ਉਹ ਆਪਣੇ ਮਨ ਭਾਉਂਦੀ ਜਿਹੜੀ ਚੀਜ਼ ਹੈ, ਆਪਣੇ ਮਨ ਭਾਉਂਦੀ ਗੱਲ ਹੈ, ਆਪਣੇ ਮਨ ਭਾਉਂਦੀ ਕਿਰਤ ਜਿਹੜੀ ਹੈ, ਪ੍ਰਮਾਤਮਾ ਜੀ ਉਹੀ ਕ੍ਰੀਏਸ਼ਨ ਕਰਦੇ ਹਨ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਉਹ ਪ੍ਰਮਾਤਮਾ ਜੀ ਪਾਤਸ਼ਾਹ ਹੈ, ਤੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਸਭ ਤੋਂ ਵੱਡਾ, ਸਭ ਤੋਂ ਉੱਚਾ ਹੈ। ਕਹਿੰਦੇ ਨੇ ਕਿ ਅਸੀਂ ਕੀ, ਨਾਨਕ ਰਹਿਣ ਰਜ਼ਾਈ। ਅਸੀਂ ਤਾਂ ਸਿਰਫ ਉਹਦੇ ਹੁਕਮ ਦੇ ਵਿੱਚ ਹੀ ਰਹਿ ਸਕਦੇ ਹਾਂ। ਉਸ ਅਕਾਲ ਪੁਰਖ ਦੇ ਹੁਕਮ 'ਚ ਜਿਸ ਤਰ੍ਹਾਂ ਉਹ ਚਲਾਉਂਦਾ ਉਸੇ ਤਰੀਕੇ ਨਾਲ ਰਹਿ ਸਕਦੇ ਹਾਂ, ਉਹਦੇ ਅੱਗੇ ਹੁਕਮ ਨਹੀਂ ਕਰ ਸਕਦੇ। ਜਪਜੀ ਸਾਹਿਬ ਜੀ ਨੂੰ ਪੜ੍ਹਦੇ ਹਾਂ, ਵਾਰ-ਵਾਰ ਇਹ ਹੁਕਮ ਦੇ ਵਿੱਚ ਚੱਲਣ ਦੀ ਪ੍ਰੇਰਣਾ ਸਾਨੂੰ ਮਿਲਦੀ ਹੈ। ਸਿੱਖੀ ਦਾ ਧੁਰਾ ਹੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ ਹੈ। ਅਸੀਂ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ, ਇਹ ਜਦੋਂ ਸਿੱਖ ਗਏ ਤਾਂ ਮੰਨ ਲਓ ਕਿ ਅਸੀਂ ਸੱਚੇ ਸਿੱਖ ਬਣ ਗਏ। ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਸਭ ਤੋਂ ਔਖਾ ਹੈ, ਤੇ ਸਭ ਤੋਂ ਸੌਖਾ ਕੰਮ ਵੀ ਇਹੀ ਹੈ। ਜਦੋਂ ਤੱਕ ਅਸੀਂ ਆਪਣੀਆਂ ਮਰਜ਼ੀਆਂ ਦੇ ਮੁਤਾਬਕ ਚੱਲਦੇ ਹਾਂ ਤਾਂ ਸਾਨੂੰ ਸਾਰਾ ਕੁਝ ਔਖਾ ਲੱਗਦਾ ਹੈ, ਪਰ ਜਦੋਂ ਅਸੀਂ ਪ੍ਰਮਾਤਮਾ ਦੇ ਉੱਤੇ ਛੱਡ ਕੇ ਉਹਦੇ ਮੁਤਾਬਕ ਹੀ ਆਪਣੇ ਆਪ ਨੂੰ ਨਾਲ ਰੋੜ ਲੈਂਦੇ ਹਾਂ, ਤਾਂ ਕਹਿੰਦੇ ਨੇ ਫਿਰ ਸਾਡਾ ਕੋਈ ਜ਼ੋਰ ਨਹੀਂ ਲੱਗਦਾ। ਫਿਰ ਅਸੀਂ ਬੜੇ ਆਰਾਮ ਦੇ ਨਾਲ, ਹਲਕੇ ਫੁੱਲ ਹੋ ਕੇ ਬਿਲਕੁਲ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਜਾਂਦੇ ਹਾਂ, ਤੇ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ ਸਾਨੂੰ ਮਹਿਸੂਸ ਨਹੀਂ ਹੁੰਦਾ। ਤੇ ਆਓ ਇਤਨੇ ਕੁ ਸ਼ਬਦਾਂ ਦੇ ਨਾਲ ਅੱਜ ਦੀ ਪੌੜੀ ਦੀ ਵਿਆਖਿਆ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਜੇਕਰ ਤੁਹਾਨੂੰ ਇਹ ਸਾਰੀਆਂ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰੋ, ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।